किस रूप नहीं किस ढंग नहीं। क्या मुँह लै बोलैं गुण विहूण। नाम जपिया ना तेरा ज्ञान ध्यान किस कर्म न जाना। सार ना जाना तेरी सब ते बड़ा सतगुर नानक जिन कल राखी मेरी। सब ते बड़ा सतगुर नानक जिन कल राखी मेरी। ਨਿਮਾਣਿਆਂ ਨੂੰ ਮਾਣ ਬੇਸਮਝਾਂ ਨੂੰ ਸਮਝ ਸੂਝ ਬੂਝ ਅੰਧਕਾਰ ਡਾਰਕਨੈਸ ਮਨ ਦੇ ਨੇ ਹਨੇਰੇ ਨੂੰ ਦੂਰ ਕਰ ਨਿਰੰਕਾਰ ਪਰਵਤਗਾਰ ਪਰਮੇਸ਼ਰ ਨਾਲ ਮਿਲਾਉਣ ਵਾਲੇ ਸਾਂਝ ਰਹਿਬਰ ਮਨੁੱਖਤਾ ਦਾ ਭਲਾ ਕਰਨ ਵਾਲੇ ਸ਼ਬਦ ਦਾ ਅਵਤਾਰ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਜਿੱਥੇ ਅਸੀਂ ਸਰੀਰ ਕਰਕੇ ਤਨ ਕਰਕੇ ਆਏ ਹਾਂ। ਸਾਧ ਸੰਗਤ ਜੀ ਮਨ ਦਾ ਟਿਕਾ ਬਣਾਈਏ, ਲਵਾਈਏ ਹਾਜ਼ਰੀਆਂ, ਕਰੀਏ ਰਸਨਾ ਨੂੰ ਸਫਲਾ। ਇਸ ਸਮੇਂ ਨੂੰ ਟਪਾਈਏ ਨਾ, ਇਸ ਸਮੇਂ ਨੂੰ ਸਫਲਾ ਬਣਾਈਏ। ਕਈ ਵਾਰੀ ਅਸੀਂ ਇਹ ਕਹਿ ਦਿੰਦੇ ਹਾਂ ਵੀ ਅਸੀਂ ਸਮਾਂ ਪਾਸ ਕਰ ਰਹੇ ਹਾਂ, ਸਮਾਂ ਪਾਸ ਕਰ ਆਈਏ, ਪਰ ਨਹੀਂ, ਸਮੇਂ ਨੂੰ ਅਸੀਂ ਪਾਸ ਨਹੀਂ ਕਰ ਰਹੇ, ਸਮਾਂ ਸਾਨੂੰ ਪਾਸ ਕਰੀ ਜਾ ਰਿਹਾ। ਜੋ ਅਸੀਂ 2 ਸਾਲ 4 ਸਾਲ ਪਹਿਲਾਂ ਸੀ ਉਹ ਅੱਜ ਨਹੀਂ ਹਾਂ, ਜੋ ਅੱਜ ਹਾਂ ਉਹ 2 ਸਾਲਾਂ ਬਾਅਦ ਨਹੀਂ ਹੋਵਾਂਗੇ। ਇੱਕ ਦਿਨ ਦੀ ਜਿਹੜੀ ਹੈ ਨਾ ਸਾਡੀ ਆਯੂ ਘਟਦੀ ਹੈ। ਇੱਕ ਇੱਕ ਦਿਨ ਪਲ ਪਲ ਛਿਨ ਸਾਡੇ ਸਰੀਰ ਕਰਕੇ ਅਤੇ ਉਮਰ ਕਰਕੇ ਅਸੀਂ ਲੌਸ ਹੋ ਰਿਹਾ, ਸਾਨੂੰ ਘਾਟਾ ਪੈ ਰਿਹਾ। ਆਓ ਇਹਨਾਂ ਸਵਾਸਾਂ ਨੂੰ ਸਫਲਾ ਬਣਾਓ, ਰਸਨਾ ਕਰੋ ਸਾਰੇ ਸਫਲ, ਕੋਈ ਰਸਨਾ ਵਾਂਝੀ ਨਾ ਰਹਿ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨੇ ਹੁਣੇ ਮੈਨੂੰ ਕਿਹਾ ਕਿ ਜੋ ਅੱਜ ਦਾ ਹੁਕਮ ਹੈ ਇਸ ਨੂੰ ਅਤੇ ਕੁਝ ਇਤਿਹਾਸਕ ਪੱਖ ਰੱਖਣੇ ਨੇ। ਅੱਜ ਦੇ ਹੁਕਮ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਹੁਕਮ ਵਿੱਚ ਸਾਨੂੰ ਕੀ ਸਮਝਾ ਰਹੇ ਨੇ। ਰਾਗ ਸੋਰਠ ਅੰਦਰ ਹੈ ਤੇ ਸਤਿਗੁਰੂ ਜੀ ਸਮਝਾਉਂਦੇ ਨੇ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜਿਉ, ਹਰਨਾਕਸ਼ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜਿਉ, ਮਨ ਮੁਖ ਭਰਮ ਭੁਲਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜਿਉ। ਮੈਂ ਇਹਦਾ ਆਧਾਰ ਬਣਾਉਣਾ, ਇਸ ਸ਼ਬਦ ਦਾ ਆਧਾਰ ਬਣਾ ਕੇ ਇਸ ਤੁਕ ਦਾ ਤੇ ਆਪ ਨਾਲ ਕੁਛ ਇਤਿਹਾਸ ਦੀ ਸਾਂਝ ਪਾਉਣੀ ਚਾਹੁੰਦਾ ਵਾਂ। ਪ੍ਰਤੀਤ ਕੀ ਹੈ ਤੇ ਪ੍ਰਤੀਤ ਦਾ ਸ਼ਬਦ ਜਿਹੜਾ ਵਿਰੋਧੀ ਹੈ ਉਹ ਵਿਪਰੀਤ, ਜਿਹਨੂੰ ਅਸੀਂ ਕਹਿੰਦੇ ਹਾਂ। ਇਹਨੂੰ ਵੇਖਣਾ ਹੈ, ਸਮਝਣਾ ਹੈ। ਤੇ ਇਸ ਗੱਲ ਨੂੰ ਪਹਿਲਾਂ ਸਮਝੀਏ ਕਿ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ। ਹਰ ਭਾਵ ਪਰਮਾਤਮਾ, ਜੀਓ ਦਾ ਅਰਥ ਕਰਾਂਗੇ ਆਦਰ ਬੌਧਿਕ। ਆਦਰ ਬੌਧਿਕ ਸ਼ਬਦ ਹੈ ਜੀਓ ਤੋਂ ਭਾਵ ਹੈ हे ਪ੍ਰਭੂ, हे ਵਾਹਿਗੁਰੂ ਜੀ।
कई बार सानू इन्ना नहीं पता लगता भी जीओ का की है। जो असीं कदे भी किसी नूं आदर नाल बुलाउने आ ते जी शब्द की वरतों करते हैं। इत्थे रब वास्ते परमात्मा वास्ते जी शब्द की वरतों कीती है। हर जीओ, हे रब जी, हे परमात्मा जी, गुरमुखां नूं प्रतीत है। गुरमुख तो भाव है जिन्हां ने अपने मन नूं गुरु चरणां विच टिका लिया, ਜਿਹੜੇ गुरु ਦੀ शरण विच आ गए ने, ਜਿਹੜੇ गुरु ਦੇ सन्मुख ਰਹਿੰਦੇ ਨੇ, ਉਹਨਾਂ ਨੂੰ ਤੇਰੇ ਉੱਤੇ ਪ੍ਰਤੀਤ ਹੈ। ਪ੍ਰਤੀਤ ਤੋਂ ਭਾਵ ਹੈ ਭਰੋਸਾ। ਪ੍ਰਤੀਤ ਦਾ ਅਰਥ ਕਰਾਂਗੇ ਨਿਸ਼ਚਾ, ਪ੍ਰਤੀਤ ਦਾ ਅਰਥ ਕਰਾਂਗੇ ਯਕੀਨ, ਪ੍ਰਤੀਤ ਦਾ ਅਰਥ ਕਰਾਂਗੇ ਵਿਸ਼ਵਾਸ, ਸ਼ਰਧਾ। ਹੁਣ ਅਸੀਂ ਇਹ ਮਾਰਨੀ ਆਪਣੇ ਅੰਦਰ ਝਾਤੀ ਕਿ ਸਾਡੇ ਅੰਦਰ ਗੁਰੂ ਪ੍ਰਤੀ ਪ੍ਰਤੀਤ ਹੈ ਕਿ ਨਹੀਂ। ਅੱਜ ਦਾ ਹੁਕਮ ਜੋ ਸਾਨੂੰ ਕਹਿ ਰਿਹਾ ਹੈ, ਸਾਡੇ ਅੰਦਰ ਗੁਰੂ ਪ੍ਰਤੀ ਪ੍ਰਤੀਤ ਹੈ ਕਿ ਨਹੀਂ, ਇਹ ਅਸੀਂ ਆਪਣੇ ਆਪ ਨੂੰ ਪੜਚੋਲਣਾ ਹੈ, ਆਪਣੇ ਆਪ ਨੂੰ ਖਿਆਲਣਾ ਹੈ। ਅਸੀਂ ਆਪਣੇ ਅੰਦਰ ਖਿਆਲ ਮਾਰਨਾ ਹੈ ਗੁਰੂ ਪ੍ਰਤੀ ਸਾਡੇ ਅੰਦਰ ਪ੍ਰਤੀਤ ਹੈ ਕਿ ਨਹੀਂ। ਮੇਰੇ ਪਾਤਸ਼ਾਹ ਅੱਜ ਦੇ ਹੁਕਮ ਵਿੱਚ ਕਹਿੰਦੇ ਨੇ ਗੁਰਮੁਖਾਂ ਨੂੰ ਪ੍ਰਤੀਤ ਹੈ। ਫਿਰ ਕਿਹਾ ਹਰ ਜੀਓ, हे ਰੱਬ ਜੀ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ। ਹੁਣ ਗੁਰੂ ਦੀ ਸ਼ਰਨ ਵਿੱਚ ਅਸੀਂ ਵੀ ਆ, ਆਪਣੇ ਆਪ ਨੂੰ ਕਵਾਂਗੇ, ਪਰ ਸਾਨੂੰ ਗੁਰੂ ਪ੍ਰਤੀ ਪ੍ਰਤੀਤ ਹੈ ਕਿ ਨਹੀਂ ਹੈ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਜੇ ਪ੍ਰਤੀਤ ਹੈ, ਯਕੀਨ ਹੈ, ਵਿਸ਼ਵਾਸ ਹੈ, ਸ਼ਰਧਾ ਹੈ, ਤੇ ਤਾਂ ਹੀ ਪ੍ਰੀਤ ਹੈ। ਪ੍ਰਤੀਤ ਹੋਵੇਗੀ, ਪ੍ਰਤੀਤ ਤੋਂ ਭਰੋਸਾ ਯਕੀਨ ਹੋਵੇਗਾ, ਦ੍ਰਿੜ ਵਿਸ਼ਵਾਸ ਹੋਵੇਗਾ, ਆਪਣੇ ਗੁਰੂ ਪ੍ਰਤੀ ਸ਼ਰਧਾ ਹੋਵੇਗੀ, ਤੇ ਤਾਂ ਪ੍ਰੀਤ ਬਣ ਸਕਦੀ ਹੈ, ਵਰਨਾ ਪ੍ਰੀਤ ਨਹੀਂ ਬਣ ਸਕਦੀ। ਜੇ ਪ੍ਰੀਤ ਬਣ ਗਈ ਤੇ ਉਹ ਪ੍ਰੀਤ ਟੁੱਟ ਨਹੀਂ ਸਕਦੀ। ਅਸੀਂ ਪੜ੍ਹਦੇ ਹਾਂ ਨਾ, ਜਿਨ੍ਹਾਂ ਦੀ ਪ੍ਰੀਤ ਬਣ ਗਈ ਉਹ ਗੁਰੂ ਨੂੰ ਕਹਿੰਦੇ ਨੇ ਤੋਰੀ ਨਾ ਟੁੱਟੈ, ਸ਼ੋਰੀ ਨਾ ਛੂਟੈ, ਐਸੀ ਮਦ ਹੋ ਖਿੰਚ ਤਨੀ। हे ਮਾਇਆ ਦੇ ਮਾਲਕ, हे ਮਾਇਆ ਦੇ ਪਤੀ ਪ੍ਰਮਾਤਮਾ, ਤੇਰੇ ਤੇ ਮੇਰੇ ਅੰਦਰ ਉਹ ਖਿੱਚ ਬਣ ਜਾਵੇ, ਜੇ ਕੋਈ ਤੁੜਾਵੇ ਤਾਂ ਵੀ ਨਾ ਟੁੱਟੇ, ਜੇ ਕੋਈ ਪੱਲਾ ਤੇਰਾ ਛਡਾਵੇ ਤਾਂ ਵੀ ਨਾ ਛੁੱਟੇ, ਇਹੋ ਜੀ ਖਿੱਚ ਬਣ ਜਾਵੇ। ਪ੍ਰਤੀਤ ਹੋਵੇਗੀ, ਪ੍ਰੀਤ ਬਣ ਗਈ। ਹੁਣ ਜਿਨ੍ਹਾਂ ਦੀ ਪ੍ਰੀਤ ਪ੍ਰਮਾਤਮਾ ਦੇ ਨਾਲ ਬਣ ਗਈ, ਅਸੀਂ ਉਹਨਾਂ ਨੂੰ ਕੀ ਕਹਿੰਦੇ ਆ? ਗੁਰਮੁਖ। ਅਸੀਂ ਉਹਨਾਂ ਨੂੰ ਕਹਿੰਦੇ ਆ ਭਗਤ। ਜਿਨ੍ਹਾਂ ਦੀ ਪ੍ਰੀਤ ਪ੍ਰਮਾਤਮਾ ਨਾਲ ਬਣੀ, ਪ੍ਰੀਤ ਬਣੇਗੀ ਤਾਂ ਜੇ ਪ੍ਰਤੀਤ ਹੋਵੇਗੀ। ਪਹਿਲਾਂ ਸਾਨੂੰ ਭਰੋਸਾ, ਦ੍ਰਿੜ ਵਿਸ਼ਵਾਸ, ਸ਼ਰਧਾ ਆਪਣੇ ਗੁਰੂ ਪ੍ਰਤੀ ਬਣਾਉਣੀ ਪੈਣੀ ਹੈ। ਤੇ ਜਿਨ੍ਹਾਂ ਨੇ ਪ੍ਰਤੀਤ ਰੱਖੀ, ਉਹਨਾਂ ਦੀ ਪ੍ਰੀਤ ਪੈ ਗਈ ਤੇ ਪ੍ਰੀਤ ਟੁੱਟਣ ਨਹੀਂ ਦਿੱਤੀ। ਸਰੀਰ ਦਾ ਠੀਕਰਾ ਤੇ ਤੋੜ ਦਿੱਤਾ। ਆਪਾਂ ਪੜ੍ਹਦੇ ਆ ਨਾ, ਠੀਕਰ ਫੋਰ ਦਿੱਲੀ ਸਿਰ। ਹੁਣ ਮੈਂ ਥੋੜਾ ਜਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੇ ਆਉਣਾ। ਠੀਕਰ ਸਰੀਰ ਦਾ ਠੀਕਰਾ, ਫੋਰ ਤੋੜ ਦਿੱਤਾ ਕਿਹਦੇ? ਦਿੱਲੀ ਦੇ ਸਿਰ। ਠੀਕਰ ਫੋਰ ਦਲੀਸ ਸਿਰ ਅਸੀਂ ਪੜ੍ਹ ਦਿੰਦੇ ਆ, ਪਰ ਇਹਨੂੰ ਜੇਕਰ ਇਵੇਂ ਪੜ੍ਹੀਏ, ਠੀਕਰ ਫੋਰ ਦਿੱਲੀ ਸਿਰ, ਪ੍ਰਭਪੁਰ ਕੀਆ ਭਿਆਨ। ਇਹ ਕਿਹਨਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ? ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ। ਫਿਰ ਕਿਹਾ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ ਸਭ ਜਗ ਭਇਓ। ਇੱਥੇ ਹੈ ਦਾ ਅਰਥ ਇਹ ਨਹੀਂ ਕਰਨਾ ਬਈ ਜਦੋਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਉਦੋਂ ਹਾਏ ਹਾਏ ਹੋਣ ਲੱਗ ਪਈ, ਤਰੋਈ ਤਰੋਈ ਲੋਕ ਕਰਨ ਲੱਗ ਪਏ। ਨਹੀਂ, ਇਹਦਾ ਅਰਥ ਇਹ ਕਰੋ ਕਿ ਜਦੋਂ ਸਤਿਗੁਰੂ ਜੀ ਸ਼ਹਾਦਤ ਦਿੰਦੇ ਨੇ ਤੇ ਉਦੋਂ ਮਨੁੱਖਤਾ ਦੇ ਅੰਦਰੋਂ ਇਹ ਆਵਾਜ਼ ਆਈ ਕਿ ਹੈ ਕੋਈ ਮਜਲੂਮ ਦੀ ਬਾਂਹ ਫੜਨ ਵਾਲਾ ਹੈ। ਕਈ ਵਾਰੀ ਅਸੀਂ ਹਾਏ ਹਾਏ ਇਹਦੇ ਅਰਥ ਕਰ ਦਿਆਂਗੇ ਵੀ ਉਦੋਂ ਹਾਹਾਕਾਰ ਮਚ ਗਈ, ਲੋਕੀ ਹਾਏ ਹਾਏ ਕਰਨ ਲੱਗ ਪਏ। ਨਹੀਂ ਜੀ, ਉਦੋਂ ਇਹ ਕਿਹਾ ਹੈ, ਅਜੇ ਵੀ ਕੋਈ ਹੈ ਕਿ ਮਜਲੂਮ ਦੀ ਬਾਂਹ ਫੜੇ ਤੇ ਆਪਣਾ ਮਜਲੂਮ ਦੀ ਬਾਂਹ ਫੜਨ ਵਾਸਤੇ ਆਪਣਾ ਸੀਸ ਭੇਟਾ ਕਰ ਦੇਵੇ, ਆਪਣਾ ਆਪ ਸ਼ਹੀਦ ਕਰਵਾ ਦੇਵੇ, ਆਪਣੀ ਸ਼ਹਾਦਤ ਦੇ ਦੇਵੇ। ਸ਼ਹਾਦਤ ਦੇ 3 ਅੱਖਰ ਅਸੀਂ ਵਰਤਦੇ ਹਾਂ। ਸ਼ਹਾਦਤ ਹੁਣੇ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ, ਕੁਰਬਾਨ ਜਾਈ
उस वेला सुहावी जित तुमरै द्वारै आया। मैं गुरबाणी दे चारणे विच इन्हां सारियां नूं ਜਿਹੜੀਆਂ ਟੋਕਾਂ ਨੇ ਇਸ ਨੁਕਤੇ ਨੇ ਮੈਂ ਰੱਖਣੇ ਚਾਹੁੰਦਾ ਵਾਂ, ਕਿਉਂਕਿ ਗੁਰਬਾਣੀ ਇੱਕ ਸਾਡੀ ਕਸਵੱਟੀ ਹੈ ਤੇ ਇਤਿਹਾਸ ਇੱਕ ਸੋਨਾ ਹੈ। ਸੋਨਾ ਜਿਹੜਾ ਕਸਵੱਟੀ ਤੇ ਪੂਰਾ ਉਤਰਦਾ ਹੈ ਉਹ ਸੋਨਾ ਹੈ। ਗੁਰਬਾਣੀ ਤੇ ਜਿਹੜਾ ਇਤਿਹਾਸ ਪੂਰਾ ਉਤਰਦਾ ਹੈ ਉਹ ਇਤਿਹਾਸ ਹੈ। ਹੁਣ ਗੁਰਬਾਣੀ ਸਾਨੂੰ ਇਹ ਕਹਿੰਦੀ ਹੈ, ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੈ ਦੁਆਰੇ ਆਇਆ। ਕਈ ਵਾਰੀ ਅਸੀਂ ਆਪਣੇ ਬੋਲ ਇਸ ਤਰ੍ਹਾਂ ਬੋਲ ਦਿੰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਲੀਦਾਨ ਦਿੱਤਾ। ਜਿੰਨੇ ਵੀ ਸੁਣ ਰਹੇ ਹੋ ਫੇਸਬੁੱਕ ਰਾਹੀਂ, ਚੈਨਲ ਪੰਜਾਬੀ ਰਾਹੀਂ ਜਾਂ YouTube ਰਾਹੀਂ, ਸਾਨੂੰ ਕਦੀ ਵੀ ਨਹੀਂ ਕਹਿਣਾ ਚਾਹੀਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਲੀਦਾਨ ਦਿੱਤਾ। ਬਲੀਦਾਨ ਦੀ ਪਰਿਭਾਸ਼ਾ ਪਤਾ ਕੀ ਹੈ? ਕਿਸੇ ਬੇਜ਼ਬਾਨੇ ਨੂੰ ਬੰਨ ਕੇ ਉਹਦੀ ਜਿਹੜੀ ਸ਼ਾਹ ਰਾਗ ਵੱਢ ਦੇਣੀ, ਫਿਰ ਉਹਨੂੰ ਤੜਫਦੇ ਵੇਖਣਾ, ਤੇ ਉਹਨੂੰ ਕਹਿੰਦੇ ਨੇ ਬੇਜ਼ਬਾਨੇ ਨੂੰ ਬੰਨ ਕੇ। ਉਦੋਂ ਸਮਾਂ ਸੀ ਜਦੋਂ ਭਗਤ ਰਵਿਦਾਸ ਜੀ ਨੇ ਕਿਹਾ ਨਾ, ਜਾਂ ਕੈ ਈਦ ਬਕਰੀਦ ਕੁੱਲ ਗਊ ਰੇ ਬਦੋ ਕਰੇ ਮਾਨੀਐ ਸ਼ੇਖ ਸ਼ਹੀਦ ਪੀਰਾ। ਆ ਜਦੋਂ ਇਸਲਾਮ ਦੇ ਵਿੱਚ ਉਹਨਾਂ ਦਾ ਇੱਕ ਪਵਿੱਤਰ ਆਪਣਾ ਦਿਨ ਮੰਨਦੇ ਨੇ, ਤੇ ਉਦੋਂ ਕੀ ਕਰਦੇ ਨੇ? ਈਦ ਵਾਲੇ ਦਿਨ, ਬਕਰੀਦ ਵਾਲੇ ਦਿਨ ਉਹ ਪਸ਼ੂਆਂ ਨੂੰ, ਬੇਜ਼ਬਾਨਾਂ ਨੂੰ ਸ਼ਾਹ ਰਗ ਵੱਢ ਕੇ ਚਰਾਏ ਦੇ ਵਿੱਚ, ਜਿੱਥੇ ਖੁੱਲਾ ਥਾਂ ਹੋਵੇ, ਤੇ ਸ਼ਾਹ ਰਗ ਵੱਢ ਕੇ ਸੁੱਟ ਦਿੰਦੇ ਨੇ। ਤੇ ਉਹ ਤੜਫਦਾ ਹੈ, ਤੇ ਤੜਫਦਾ ਹੈ, ਤੜਫ ਕੇ ਆਪਣੇ ਪ੍ਰਾਣ ਦੇ ਦਿੰਦਾ ਹੈ। ਸ਼ਾਹ ਰਗ ਰਾਹੀਂ ਲਹੂ ਬਾਹਰ ਆ ਜਾਂਦਾ ਹੈ। ਉਹ ਤੜਫ ਕੇ ਪ੍ਰਾਣ ਦਿੰਦੇ ਨੇ, ਤੇ ਉਹਦਾ ਜਿਹੜਾ ਮਾਸ ਹੈ ਬੋਟੀਆਂ ਵੰਡ ਲੈਂਦੇ ਨੇ। ਕਹਿੰਦੇ ਨੇ ਪਸ਼ੂ ਨੂੰ, ਬੇਜ਼ਬਾਨੇ ਨੂੰ ਜਦੋਂ ਕੱਢ ਦਿੱਤਾ, ਉਹਨੂੰ ਕਹਿੰਦੇ ਨੇ ਬਲੀ ਦੇਣੀ। ਇਸਲਾਮ ਵਿੱਚ ਵੀ ਬਕਰਾ ਈਦ ਜਿਹਨੂੰ ਕਹਿੰਦੇ ਆ, ਤੇ ਜਿਹੜੇ ਸਨਾਤਨ ਧਰਮ ਦੇ ਵਿੱਚ ਵੀ ਕੋਈ ਮੁਰਗੇ ਨੂੰ ਕੱਟ ਦਿੰਦਾ ਹੈ, ਬਲੀ ਦਿੰਦਾ ਹੈ। ਕੋਈ ਬੱਕਰੇ ਨੂੰ ਸਨਾਤਨ ਧਰਮ ਦੇ ਵਿੱਚ ਕੱਟ ਕੇ ਬੇਜ਼ਬਾਨੇ ਨੂੰ ਕੱਟ ਦੇਣਾ ਦੇਵੀ ਅੱਗੇ, ਤੇ ਉਹਨੂੰ ਕਹਿ ਦੇਣਾ ਇਹ ਬਲੀ ਦਿੱਤੀ ਹੈ। ਬਲੀ ਕਾਹਦੇ ਵਾਸਤੇ ਦਿੱਤੀ ਹੈ? ਦੇਵਤੇ ਨੂੰ ਖੁਸ਼ ਕਰਨ ਵਾਸਤੇ। ਉਹਨੂੰ ਬਲੀਦਾਨ ਕਹਿੰਦੇ ਨੇ। ਭਗਤ ਰਵਿਦਾਸ ਜੀ ਕਹਿੰਦੇ ਨੇ, ਜਾਂ ਕੈ ਈਦ ਬਕਰੀਦ ਜਾਂ ਕੈ ਈਦ ਬਕਰੀਦ ਕੁੱਲ ਗਊ ਬਦੋ ਕਰੇ ਮਾਨੀਐ ਸ਼ੇਖ ਸ਼ਹੀਦ ਪੀਰਾ। ਗਊ ਨੂੰ ਬਦੋ ਕਰਨਾ, ਪਸ਼ੂ ਨੂੰ ਬਦੋ ਕਰਨਾ, ਮੀਨਸ ਉਹਦੀ ਜੇਵਾਹਾ ਕਰਨਾ, ਉਹਦੀ ਸ਼ਾਹ ਰਗ ਕੱਟ ਦੇਣੀ, ਤੇ ਫਿਰ ਉਹਨੂੰ ਤੜਫਦੇ ਨੂੰ ਵੇਖ ਕੇ ਖੁਸ਼ ਹੋਣਾ। ਖੁਸ਼ ਇਸ ਕਰਕੇ ਹੁੰਦੇ ਨੇ ਵੀ ਇਹਦਾ ਹੁਣ ਮਾਸ ਖਾਵਾਂਗੇ। ਠੀਕ ਹੈ। ਹੁਣ ਮੈਂ ਥੋੜਾ ਜਿਹਾ ਇਹ ਧਿਆਨ ਦਿਵਾਉਣਾ ਚਾਹੁੰਦਾ ਵਾਂ, ਬਲੀਦਾਨ ਸਿੱਖਾ ਉਸ ਨੂੰ ਉਹਦੀ ਸ਼ਾਹ ਰਗ ਵੱਢ ਕੇ ਉਹਨੂੰ ਸੁੱਟ ਦਿੱਤਾ, ਉਹ ਖੁਸ਼ ਹੋ ਰਹੇ ਨੇ। ਤੇ ਜਦੋਂ ਉਹਦੀ ਸ਼ਾਹ ਰਗ ਵੱਢਦੇ ਨੇ, ਕਈ ਵਾਰੀ ਵੇਖਿਆ ਜਿਨ੍ਹਾਂ ਨੂੰ ਕੱਟਣਾ ਹੋਵੇ ਨਾ, ਉਹਨਾਂ ਨੂੰ ਪਹਿਲਾਂ ਦਾਣੇ ਪਾਏ ਜਾਂਦੇ ਨੇ, ਹਨਾ। ਪਸ਼ੂਆਂ ਨੂੰ ਚੰਗੀ ਖੁਰਾਕ ਦਿੱਤੀ ਜਾਂਦੀ, ਦਾਣਾ ਪਾਇਆ ਜਾਂਦਾ ਹੈ। ਕਿਉਂ ਦਾਣਾ ਉਹਨਾਂ ਨੂੰ ਪਾਇਆ ਜਾਂਦਾ ਹੈ? ਕਿਉਂ ਉਹਨਾਂ ਨੂੰ ਚੰਗੀ ਖੁਰਾਕ ਦਿੱਤੀ ਜਾਂਦੀ ਹੈ? ਇਹ ਮੈਂ ਨਾਲ ਤਾਂ ਗੱਲ ਕਹੀ ਕਿ ਮੇਰੇ ਮਨ ਚੋਂ ਵੀ, ਦਿਮਾਗ ਚੋਂ ਵਿਸਰ ਨਾ ਜਾਏ। ਉਹਨਾਂ ਨੂੰ ਦਾਣਾ ਇਸ ਕਰਕੇ ਪਾਇਆ ਜਾਂਦਾ ਹੈ, ਚੋਗਾ ਇਸ ਕਰਕੇ ਚੁਗਾਇਆ ਜਾਂਦਾ ਹੈ ਵੀ ਉਹਦਾ ਭਾਰ ਵੱਧ ਜਾਏ, ਉਹਦੇ ਮਾਸ ਦੀਆਂ 4 ਬੋਟੀਆਂ ਜ਼ਿਆਦਾ ਆ ਜਾਣ, ਉਹਦਾ weight ਵੱਧ ਜਾਵੇ, ਉਹ ਤਗੜਾ ਹੋ ਜਾਵੇ। ਜਦੋਂ ਸਰੀਰ ਕਰਕੇ ਤਗੜਾ ਹੋ ਜਾਏਗਾ, ਦਾਣਾ ਨੂੰ ਪਾਇਆ ਜਾਏਗਾ, ਉਹਦਾ weight ਵੱਧ ਜਾਏਗਾ, ਮਾਸ ਦੀਆਂ ਬੋਟੀਆਂ 4 ਵੰਡਣ ਵਿੱਚ ਜ਼ਿਆਦਾ ਆਣਗੀਆਂ। ਮੈਂ ਇੱਥੋਂ ਇਹ ਜਿਹੜੇ ਅੱਜ ਦੇ ਸਾਡੇ ਆਗੂ ਨੇ, ਕੋਈ ਵੀ ਕਿਸੇ ਧੜੇ ਦੇ ਨਾਲ ਹੋਣ, ਮੈਂ ਉਹਨਾਂ ਨੂੰ ਇਹ ਸਮਝਾਉਣਾ ਚਾਹੁੰਦਾ ਵਾਂ। 84 ਅਸੀਂ 1984 ਨੂੰ ਮੁੱਖ ਰੱਖ ਕੇ ਸਾਰੇ ਪੂਰੇ ਵਰਲਡ ਦੇ ਵਿੱਚ, ਇਸ ਧਰਤੀ ਤੇ ਵੀ ਉਸ ਦਿਨ ਨੂੰ ਮਨਾਇਆ ਜਾ ਰਿਹਾ ਹੈ। ਉਸ ਸਮੇਂ ਦੇ ਆਗੂ ਤੇ ਅੱਜ ਦੇ ਆਗੂਆਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਮਨੁੱਖ ਜਦੋਂ 1984 ਦਾ ਇਹ ਭਾਣਾ ਵਾਪਰਦਾ ਹੈ, ਕਿ ਉਦੋਂ ਪਤਾ ਨਹੀਂ ਸੀ ਵੀ ਇਹ ਭਾਣਾ ਵਾਪਰਨ ਵਾਲਾ ਹੈ। ਸਾਨੂੰ ਧਿਆਨ ਵਿੱਚ ਲਿਆਉਣਾ ਚਾਹੀਦਾ ਸੀ, ਪਰ ਕਿਉਂ ਨਾ ਲਿਆਂਦਾ ਗਿਆ? ਕਈਆਂ ਬੰਦਿਆਂ ਕੋਲੋਂ, ਕਈਆਂ ਆਗੂਆਂ ਕੋਲੋਂ ਇਹ ਚੂਕ ਹੋ ਗਈ ਕਿ ਉਹਨਾਂ ਨੇ ਦਾਣਾ ਪਾ ਦਿੱਤਾ। ਕਾਹਦਾ? ਕੁਰਸੀ ਦਾ, ਅਹੁਦੇ ਦਾ, ਰੁਤਬੇ ਦਾ ਦੇ ਦਿੱਤਾ ਵੀ ਤੁਸੀਂ ਚੁੱਪ ਕਰ ਜਾਓ, ਤੁਸੀਂ ਨਹੀਂ ਮੂੰਹ ਖੋਲਣਾ।
ਪਰ ਅੱਜ ਇਹ ਵੇਖਣਾ ਹੈ ਵੀ ਅੱਜ ਦੇ ਸਮੇਂ ਵਿੱਚ 1984 ਤੇ ਅਸੀਂ ਮਨਾ ਰਹੇ ਹਾਂ, ਕਿਤੇ ਫਿਰ ਸਾਨੂੰ ਉਸੇ ਤਰ੍ਹਾਂ ਦਾ ਚੋਗਾ ਤੇ ਨਹੀਂ ਪਾਇਆ ਜਾ ਰਿਹਾ। ਜੇ ਚਾਰ ਭਰਾ ਵਾਂ, ਚਾਰ ਅਸੀਂ ਗੁਰੂ ਕੇ ਮਨੁੱਖਤਾ ਦੇ ਅਸੀਂ ਅਗਵਾਈ ਕਰਨ ਵਾਲੇ ਹਾਂ, ਲੀਡਰਸ਼ਿਪ ਦੇ ਵਿੱਚ ਅੱਗੇ ਹਾਂ। ਜੇ ਸਾਨੂੰ ਆਪਸ ਵਿੱਚ ਤੋੜਿਆ ਜਾ ਰਿਹਾ ਹੈ, ਕਿਸੇ ਨੂੰ ਦਾਣਾ ਪਾਇਆ ਜਾ ਰਿਹਾ ਹੈ, ਤੇ ਦਾਣਾ ਪਸ਼ੂ ਨੂੰ ਉਸ ਕਰਕੇ ਪਾਇਆ ਗਿਆ ਕਿ ਉਹਦਾ ਮਾਸ ਵੱਧ ਜਾਏਗਾ, ਉਹਦੀਆਂ ਬੋਟੀਆਂ ਨੂੰ ਅਸੀਂ ਜਦੋਂ ਲੈਣਾ ਹੈ, ਵੰਡਣਾ ਹੈ, ਤੇ ਜ਼ਿਆਦਾ ਆਉਣਗੀਆਂ। ਕਹਿਣ ਤੋਂ ਭਾਵ ਹੈ ਮਨੁੱਖ ਸਿੱਖਾ, ਕਿਤੇ ਅੱਜ ਤੇਰੀਆਂ ਵੰਡੀਆਂ ਇਸੇ ਕਰਕੇ ਨਹੀਂ ਪਾਈਆਂ ਜਾ ਰਹੀਆਂ ਬਈ ਤੈਨੂੰ ਜਿਵੇਂ ਇੱਕ ਈਦ ਨੂੰ, ਬਕਰੀਦ ਨੂੰ, ਬੱਕਰਿਆਂ ਨੂੰ ਦਾਣਾ ਪਾਇਆ ਜਾਂਦਾ ਹੈ ਭਾਰੇ ਕਰਨ ਵਾਸਤੇ, ਕਿਧਰੇ ਤੈਨੂੰ ਇਸ ਵਾਸਤੇ ਨਹੀਂ, ਵਰਤਣ ਵਾਸਤੇ ਤੇ ਨਹੀਂ ਦਾਣਾ ਪਾਇਆ ਜਾ ਰਿਹਾ। ਇਹ ਸਾਨੂੰ ਅੱਜ ਸੋਚਣ ਦਾ, ਸਾਨੂੰ ਇਹ ਆਪਣੇ ਚੇਤਨ ਦੇ ਵਿੱਚ ਲਿਆਉਣੀ ਚਾਹੀਦੀ ਹੈ, ਚੇਤਨਾ ਦੇ ਵਿੱਚ ਲਿਆਉਣੀ ਚਾਹੀਦੀ ਹੈ ਵੀ ਸਾਡੇ ਨਾਲ ਕਿਰੇ ਉਹ ਪਸ਼ੂ ਵਾਲਾ ਵਰਤਾਰਾ ਤੇ ਨਹੀਂ ਕੀਤਾ ਜਾ ਰਿਹਾ। ਸਾਨੂੰ ਸੋਚਣਾ ਪਏਗਾ। ਜਾਂ ਕਿ ਈਦ, ਬਕਰੀਦ, ਕੁੱਲ ਗਊ ਬਦੋਰੇ ਬਾਦੋ ਕਰੇ, ਮਾਨੀਆ ਸ਼ੇਖ ਸ਼ਹੀਦ ਪੀਰਾ। ਹੁਣ ਮੈਂ ਕਹਿ ਰਿਹਾ ਸੀ ਕਿ ਜਦੋਂ ਕਿਸੇ ਬੇਜ਼ਬਾਨੇ ਨੂੰ ਬੰਨ ਕੇ ਉਹਦੀ ਸਾਰ ਰਾਗ ਜਿਬਾ ਕਰ ਦਿੱਤੀ ਜਾਂਦੀ ਹੈ, ਕੱਢ ਦਿੱਤੀ ਜਾਂਦੀ ਹੈ, ਉਹਨੂੰ ਕਹਿੰਦੇ ਨੇ ਬਲੀ। ਬਲੀ ਦਿੱਤੀ, ਫਲਾਣੇ ਦੀ ਬਲੀ ਦਿੱਤੀ, ਫਲਾਣੀ ਦੇਵੀ ਨੂੰ, ਫਲਾਣੇ ਜਾਨਵਰ ਦੀ ਬਲੀ ਦਿੱਤੀ। ਬਲੀ ਤੋਂ ਅੱਗੇ ਆ ਜਾਓ ਕੁਰਬਾਨੀ। ਕਈ ਵਾਰੀ ਅਸੀਂ ਇਹਨੇ ਕੁਰਬਾਨੀ ਕਹਿੰਦੇ ਆ। ਕੁਰਬਾਨੀ ਦਾ ਅਰਥ ਹੈ, ਅੱਜ ਕੁਰਬਾਨੀ ਦਾ ਸ਼ਬਦ ਆਪਾਂ ਸਾਰਿਆਂ ਸੁਣਿਆ, ਕੁਰਬਾਨ ਜਾਈ ਉਸ ਵੇਲਾ ਸੁਹਾਵੀ। ਕੁਰਬਾਨ ਤੋਂ ਭਾਵ ਹੈ ਨਿਸ਼ਾਵਰ ਕਰ ਦੇਣਾ। ਕੁਰਬਾਨ ਤੋਂ ਭਾਵ ਹੈ ਸਦਕੇ ਜਾਣਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾਂ ਕਰਦੇ ਹਾਂ, ਪ੍ਰਕਰਮਾਂ ਕਰਕੇ ਅਸੀਂ ਮੱਥਾ ਟੇਕਦੇ ਹਾਂ ਨਾ, ਇਹਦਾ ਮਤਲਬ ਵੀ ਇਹ ਹੈ ਕਿ ਸਤਿਗੁਰੂ ਜੀ ਮੈਂ ਪ੍ਰਕਰਮਾਂ ਕਰਕੇ ਆਪਣਾ ਆਪ ਤੇਰੇ ਤੋਂ ਨਿਸ਼ਾਵਰ ਕਰ ਦਿੱਤਾ ਹੈ। ਤਨ ਵੀ, ਮਨ ਵੀ, ਧਨ ਵੀ ਸਭ ਕੁਝ ਤੇਰਾ ਹੈ। ਨਿਸ਼ਾਵਰ ਕਰ ਦੇਣਾ, ਇਹਨੂੰ ਕਹਿੰਦੇ ਨੇ ਕੁਰਬਾਨ ਹੋਣਾ। ਕੁਰਬਾਨ, ਨਿਸ਼ਾਵਰ, ਸਦਕੇ ਜਾਣਾ। ਜਦੋਂ ਬੱਚੇ ਦਾ ਆਨੰਦ ਕਾਰਜ ਹੁੰਦਾ ਹੈ, ਲੜਕੇ ਦਾ ਹੋਵੇ, ਲੜਕੀ ਦਾ ਹੋਵੇ, ਮਾਂ ਪਿਓ ਉਦੋਂ ਉਸ ਦੇ ਉੱਤੋਂ ਵਾਰਨੇ ਕਰਦੇ ਨੇ। ਇਹ ਗੁਰਮਤਿ ਵਿੱਚ ਨਹੀਂ ਹੈਗਾ, ਮੈਂ ਸਿਰਫ ਸਮਝਾਉਣ ਦੇ ਵਾਸਤੇ ਇਸ ਸ਼ਬਦ ਨੂੰ ਵਰਤ ਰਿਹਾ। ਜਦੋਂ ਉਸ ਨੂੰ ਵਾਰਨੇ ਕਰਦੇ ਨੇ, ਉਹਦੇ ਉੱਤੋਂ ਨੋਟਾਂ ਦੇ ਵਾਰਨੇ ਕਰਦੇ ਨੇ, ਵਾਰ ਕੇ ਉਹ ਕਿਸੇ ਨੂੰ ਦੇ ਦਿੰਦੇ ਨੇ, ਉਹਦਾ ਮਤਲਬ ਕੀ ਹੁੰਦਾ ਹੈ ਵੀ ਅੱਜ ਇਹ ਜਿਹੜੀ ਮਾਇਆ ਹੈ, ਇਹ ਜਿਹੜੀ ਕਰੰਸੀ ਹੈ, ਮੈਂ ਆਪਣੇ ਪੁੱਤਰ ਦੇ ਉੱਤੋਂ ਲੁਟਾ ਦਿੱਤੀ, ਇਹ ਵੀ ਮੈਂ ਕੁਰਬਾਨ ਕਰ ਦਿੱਤੀ ਹੈ, ਨਿਸ਼ਾਵਰ ਕਰ ਦਿੱਤੀ ਹੈ। ਇਸ ਦੇ ਸਾਹਮਣੇ ਇਹਦੀ ਕੋਈ ਕੀਮਤ ਨਹੀਂ ਹੈਗੀ। ਨਿਸ਼ਾਵਰ ਕਰਨਾ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੈ ਦੁਆਰੇ ਆਇਆ। ਇੱਥੇ ਇਹ ਗਿਆ ਕੁਰਬਾਨ ਜਾਈ ਉਸ ਵੇਲਾ, ਉਸ ਵਕਤ ਤੋਂ ਮੈਂ ਸਦਕੇ ਜਾਵਾਂ, ਉਸ ਵਕਤ ਤੋਂ ਮੈਂ ਬਲਿਹਾਰ ਜਾਵਾਂ, ਉਸ ਘੜੀ ਤੋਂ ਮੈਂ ਸਦਕੇ ਜਾਵਾਂ, ਉਸ ਵੇਲੇ ਤੋਂ ਮੈਂ ਸਦਕੇ ਜਾਵਾਂ, ਜਿਤ ਤੁਮਰੈ ਦੁਆਰੇ ਆਇਆ। ਜਿਹੜੇ ਸਮੇਂ ਦਾਤਿਆ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ, ਉਸ ਸਮੇਂ ਤੋਂ ਮੈਂ ਸਦਕੇ ਜਾਣਾ। ਹੁਣ ਬਲੀਦਾਨ ਤੇ ਕੁਰਬਾਨ, ਕੁਰਬਾਨੀ ਜਿਹਨੂੰ ਕਹਿੰਦੇ ਆ, ਕੁਰਬਾਨ ਹੋਣਾ, ਸਦਕੇ ਜਾਣਾ। ਤੀਸਰਾ ਸ਼ਬਦ ਹੈ ਸ਼ਹਾਦਤ, ਜਿਹਨੂੰ ਅਸੀਂ ਸ਼ਹੀਦ ਕਹਿੰਦੇ ਆ। ਸ਼ਹੀਦ ਜਿਹੜਾ ਸ਼ਬਦ ਹੈ ਉਹ ਆਪਣੇ ਆਪ ਜਾ ਕੇ ਸ਼ਹਾਦਤ ਦਿੱਤੀ ਜਾਂਦੀ ਹੈ, ਉਹਨੂੰ ਬੰਨ ਕੇ ਨਹੀਂ, ਉਹਨੂੰ ਚੱਲ ਕੇ ਆਪ ਜਾ ਕੇ ਉਹ ਸ਼ਹਾਦਤ ਦਿੰਦਾ ਹੈ। ਉਹਦੀ ਮਰਜ਼ੀ ਹੁੰਦੀ ਹੈ। ਜਿਹੜਾ ਬਲੀਦਾਨ ਦਿੱਤਾ ਜਾਂਦਾ ਹੈ ਨਾ, ਬਲੀ ਦੇਣ ਵਾਲੇ ਜਾਨਵਰ ਦੀ ਆਪਣੀ ਮਰਜ਼ੀ ਨਹੀਂ ਹੁੰਦੀ ਵੀ ਮੈਂ ਬਲੀ ਦੇ ਰਿਹਾ। ਉਹਨੂੰ ਬੇਜ਼ਬਾਨੀ ਨੂੰ ਬੰਨ ਕੇ ਬਲੀ ਦਿੱਤੀ ਜਾਂਦੀ ਹੈ, ਉਹਦੀ ਮਰਜ਼ੀ ਨਾਲ ਨਹੀਂ। ਪਰ ਸ਼ਹੀਦ ਉਹਨੂੰ ਕਿਹਾ ਜਾਂਦਾ ਹੈ, ਸ਼ਹਾਦਤ ਉਹਨੂੰ ਕਹਿੰਦੇ ਨੇ ਜਿਹੜਾ ਆਪਣੀ ਮਰਜ਼ੀ ਨਾਲ, ਆਪਣੇ ਮਨ ਕਰਕੇ ਜਾ ਕੇ ਸਿਰ ਰੱਖ ਦੇਵੇ, ਕਹੇ ਮੇਰਾ ਸਿਰ ਆ ਲੈ ਲਓ। ਜਿਹੜਾ ਆਪਣੇ ਸੀਨੇ ਦੇ ਵਿੱਚ ਸਿੱਧਾ ਖੰਜਰ ਖਾ ਲਵੇ, ਉਹਨੂੰ ਕਹਿੰਦੇ ਨੇ ਸ਼ਹਾਦਤ। ਸ਼ਹੀਦ ਹੋਣਾ, ਆਪਣੀ ਮਰਜ਼ੀ ਨਾਲ ਚੱਲ ਕੇ ਜਾਣਾ। ਕਤਲ, ਕਾਤਲ, ਮਖਤਲ, ਮਖਤੂਲ। ਕਤਲ ਕਰਨ ਦੀ ਕਿਰਿਆ। ਕਾਤਿਲ ਜਿਹੜਾ ਕਤਲ ਕਰਨ ਵਾਲਾ ਹੈ, ਕਤਲ ਕਰਨ ਦੀ ਕਿਰਿਆ ਨੂੰ ਕਰਦਾ ਹੈ। ਕਤਲ, ਕਾਤਲ, ਮਖਤਲ, ਮਖਤੂਲ। ਮਖਤਲ ਤੋਂ ਭਾਵ ਹੈ ਉਹ ਥਾਂ ਜਿਸ ਨੂੰ ਅਸੀਂ ਕਹਿੰਦੇ ਹਾਂ ਕਤਲਗਾਹ। ਜਦੋਂ ਸਿੱਖਾਂ ਦੇ ਸਿਰ ਲਾਏ ਜਾਂਦੇ ਸਨ ਨਾ, ਉਹਨਾਂ ਨੂੰ ਕਤਲਗਾਹ ਦੇ ਵਿੱਚ ਲਿਜਾਇਆ ਜਾਂਦਾ ਸੀ ਤੇ ਇੱਕ ਇੱਕ ਨੂੰ ਪੁੱਛਿਆ ਜਾਂਦਾ ਸੀ, ਈਨ ਕਬੂਲ ਕਰਦਾ ਹੈ ਕਿ ਨਹੀਂ। ਜੇ ਈਨ ਕਬੂਲ ਕਰਦਾ ਹੈ, ਆਪਣੇ ਗੁਰੂ ਤੋਂ ਬੇਮੁਖ ਹੋਣਾ ਹੈ,
तीजा तेरी जान बख्शी। पर जे अपने गुरु तो कुर्बान जाना चाहना है, सदके जाना चाहना है, निशाबर करना अपना आप चाहना है, तो फिर शहीद होने वाले आ जा। जे तू अपने गुरु तो कुर्बान होना है, सदके जाना है, परिक्रमा करके मत्था टेकना है, शहादत देण वास्ते तैयार हो जा, तो वह सिर जाके रख देंदे सी। ਉਹ ਸਿਰ ਜਾ ਕੇ ਆਪਣਾ ਰੱਖ ਦਿੰਦੇ ਸੀ, ਤਲਵਾਰ ਚਲਦੀ ਸੀ, ਧੜ ਵੱਖਰਾ ਹੋ ਜਾਂਦਾ ਸੀ। ਹੁਣ ਕੀ ਕਤਲ ਕਾਤਲ ਮਖਤਲ ਮਖਤੂਲ, ਕਤਲ ਕਰਨ ਵਾਲਾ, ਕਿਰਿਆ ਕਰਨ ਵਾਲਾ, ਕਾਤਲ ਜਿਹੜਾ ਕਤਲ ਕਰਦਾ ਹੈ, ਥਾਂ ਮਖਤਲ ਤੇ ਮਖਤੂਲ ਜਿਹੜਾ ਉਸ ਥਾਂ ਤੇ ਚੱਲ ਕੇ ਆਪ ਆਉਂਦਾ ਹੈ ਕਿ ਮੈਂ, ਜਿਹਨੂੰ ਅੱਜ ਅਸੀਂ ਕਹਿ ਰਹੇ ਹਾਂ ਨਾ ਮਾਨਵ ਅਧਿਕਾਰ, ਹਿਊਮਨ ਰਾਈਟਸ ਜਿਹਨੂੰ ਕਹਿੰਦੇ ਆ ਇੰਗਲਿਸ਼ ਵਿੱਚ ਹਿਊਮਨ ਰਾਈਟਸ, ਮਾਨਵ ਅਧਿਕਾਰ ਦੀ ਗੱਲ ਕਰਦੇ ਆ। ਤੇ ਮਾਨਵ ਅਧਿਕਾਰ ਦੇ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪ ਸ਼ਹਾਦਤ ਦੇਣ ਲਈ ਜਾਂਦੇ ਨੇ। ਜੇ ਅੱਜ ਮਾਨਵ ਅਧਿਕਾਰ ਦੀ ਗੱਲ ਕਰੀਏ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰੀਏ। ਜੇ ਮਾਨਵ ਅਧਿਕਾਰ ਦੀ ਗੱਲ ਕਰਨੇ ਆ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਮਾਨਵ ਅਧਿਕਾਰ ਦੇ ਜਿਹੜੀ ਨੀਂਹ ਤੇ ਗੁਰੂ ਨਾਨਕ ਸਾਹਿਬ ਜੀ ਨੇ ਰੱਖ ਦਿੱਤੀ ਸੀ। ਕਦੋਂ ਜੀ? ਜਦੋਂ ਬਾਬਰ ਨੂੰ ਜਾਬਰ ਕਹਿੰਦੇ ਨੇ, ਸੁਤੰਤਰਤਾ ਦੀ ਨੀਂਹ ਉਦੋਂ ਹੀ ਰੱਖ ਦਿੱਤੀ ਸੀ। ਬਾਬਰ ਤੂੰ ਜਾਬਰ ਹੈ। ਤੇ ਜਦੋਂ ਗੁਰੂ ਸਾਹਿਬ ਜੀ ਬਾਬਰ ਨੂੰ ਜਾਬਰ ਕਹਿੰਦੇ ਨੇ ਤੇ ਬਾਬਰ ਜਿਹੜਾ ਹੈ ਉਹ ਵੀ ਗੁਰੂ ਕੀ ਸਿੱਖੀ ਦਾ ਵੈਰੀ ਬਣ ਗਿਆ। ਤੇ ਜੇ ਕਰੇ ਸਤਿਗੁਰੂ ਜੀ ਪ੍ਰੋਤ ਹਰਦਿਆਲ ਨੂੰ ਕਹਿੰਦੇ ਨੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਤੇ ਇਹ ਵੀ ਜਿਹੜਾ ਫਿਰ ਗੁਰੂ ਕਾ ਵੈਰੀ ਬਣ ਗਿਆ, ਗੁਰੂ ਕੀ ਸਿੱਖੀ ਦਾ, ਕਿਉਂਕਿ ਸੱਚ ਸੁਣਨਾ ਕੋਈ ਚਾਹੁੰਦਾ ਨਹੀਂ ਹੈ। ਜੇ ਗੁਰੂ ਸਾਹਿਬ ਜੀ ਸਾਨੂੰ ਇਹ ਕਹਿ ਦਿੰਦੇ ਨੇ ਲੋਗਨ ਰਾਮ ਖਿਲਾਉਣਾ ਜਾਨਾ, ਰੱਬ ਨੂੰ ਤੇ ਲੋਕਾਂ ਨੇ ਅਣਜਾਣ ਤੇ ਬੇਸਮਝ ਜਾਣ ਲਿਆ। ਮਾਥੇ ਤਿਲਕ ਹੱਥ ਮਾਲਾ ਬਾਣਾ, ਮੇਰੇ ਪਾਤਸ਼ਾਹ ਕਹਿੰਦੇ ਨੇ ਮੱਥੇ ਤੇ ਤਿਲਕ ਲਾਈ ਫਿਰਦਾ, ਹੱਥ ਵਿੱਚ ਮਾਲਾ ਫੜੀ ਫਿਰਦਾ ਏ। ਮਾਥੇ ਤਿਲਕ ਹੱਥ ਮਾਲਾ ਬਾਣਾ, ਬਣਾਵਟ ਜਿਹੜੀ ਹੈ ਤੂੰ ਬੜੀ ਧਾਰਮਿਕ ਬਣਾਈ ਹੋਈ ਹੈ, ਪਰ ਅੰਦਰ ਖੋਖਲਾ, ਅੰਦਰ ਕੁਝ ਨਹੀਂ ਹੈ। ਜੇ ਕਿਸੇ ਨੂੰ ਅੱਜ ਇਹ ਗੱਲ ਕਹਿ ਦਈਏ ਤੇ ਉਹਨੂੰ ਬਰਦਾਸ਼ਤ ਨਹੀਂ ਹੈ, ਸੱਚ ਗੱਲ ਬਰਦਾਸ਼ਤ ਕਿਸੇ ਨੂੰ ਨਹੀਂ ਹੈ। ਮਾਥੇ ਤਿਲਕ ਹੱਥ ਮਾਲਾ ਬਾਣਾ, ਕਿਆ ਲੋਗਨ ਰਾਮ ਖਿਲਾਉਣਾ ਜਾਣਾ, ਲੋਕਾਂ ਨੇ ਰੱਬ ਨੂੰ ਵੀ ਖਿਲਾਉਣਾ ਸਮਝ ਲਿਆ, ਮੀਨਸ ਅਣਜਾਣ ਬੇਸਮਝ ਸਮਝ ਲਿਆ। ਹੁਣ ਇਹ ਜਿਹੜੀ ਗੱਲ ਹੈ ਸੱਚ ਦਾ, ਇਹ ਜਿਹੜਾ ਪੈਗਾਮ ਹੈ ਸੱਚ ਦਾ ਸੁਨੇਹਾ, ਕਿਸੇ ਨੂੰ ਸੱਚ ਜਿਹੜਾ ਹੈ ਉਹ ਕੌੜਾ ਲੱਗਦਾ ਹੈ। ਵੇਖੋ ਕੌੜਾ ਜਿਹੜਾ ਹੈ ਉਹ ਮਿੱਠਾ ਲੱਗਦਾ ਹੈ। ਜੇ ਅੱਜ ਅੰਮ੍ਰਿਤ ਦੀ ਗੱਲ ਕਰੀਏ, ਅੰਮ੍ਰਿਤ ਛਕ ਲੋ, ਤੇ ਕੌੜਾ ਜ਼ਹਿਰ ਲੱਗਦਾ ਹੈ। ਮਨੁੱਖ ਭੱਜ ਭੱਜ ਕੇ ਪਰਾਂ ਨੂੰ ਜਾਂਦੇ ਨੇ, ਪਰ ਜੇ ਕੌੜਾ ਨਸ਼ਾ ਹੋਵੇ ਤੇ ਆਪਣੇ ਆਪ ਹੀ ਤੁਰੇ ਆਉਂਦੇ ਨੇ। ਵੀ ਉੱਥੇ ਬੁਲਾਉਣ ਦੀ ਲੋੜ ਨਹੀਂ ਪੈਂਦੀ, ਜਿੱਥੇ ਦੌਰ ਚੱਲਦਾ ਹੋਵੇ ਨਸ਼ੇ ਦਾ, ਉੱਥੇ ਆਪਣੇ ਆਪ ਹੀ ਆ ਜਾਂਦੇ ਨੇ, ਬੁਲਾਉਣ ਦੀ ਲੋੜ ਹੀ ਨਹੀਂ ਪੈਂਦੀ। ਕਾਰਨ ਕੀ ਹੈ? आवत को जाता कह जाते को आया, पर की को अपनी कह अपनी नहीं पाया। हुण गल आ मैं चल रहा सी बलिदान कुर्बान ते शहादत शहीद होना। जिहड़ा शहादत वाला शब्द है शहीद होने वाला है, धन गुरु तेग बहादुर साहब महाराज चल के आप दिल्ली चांदनी चौक शहादत किदे लई देंदे ने? मानव अधिकार लई, ह्यूमन राइट्स जिन्हों असी कह रहे हैं, मानव अधिकार लई, सुतंत्रता लई, आजादी लई। जदों बोधी दे उत्ते खंजर चलदा है, धोती तिलक हिंदू धर्म दा जड़ेऊ लाया जाता है, उस दे धर्म दा दीवा बुझाया जाता है, ते मानव अधिकार लई धन गुरु तेग बहादुर साहब जी आप चल के शहादत दिंदे ने। ते जे उस समय इस्लाम राज सी ते औरंगजेब ने जड़ेऊ लाया, पाप कटिया, इहो जे गुनाह कीते ते पातशाह ने उन्हां दी बांह फड़ लई। पर जे किते बोधी वालियां दा राज हुंदा, जनेऊ वालियां दा राज हुंदा ते इस्लाम दे उत्ते धक्का हो रहा हुंदा ते धन गुरु तेग बहादुर साहब जी उन्हां दे लई भी शहादत दिंदे, क्योंकि इत्थे सब सारियां दा सांझा है गुरु। सभे सांझी वाल सदाइन किसे ना दिसै बाहरा जीओ।
ਜੇ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਇਹ ਬਚਨ, ਤੇ ਦੂਨਾ ਸਿੰਘ ਹੰਡੂਰੀਆ ਨੇ ਇਹ ਬੋਲ ਲਿਖੇ ਨੇ। ਕਿਹੜੇ? ਕਹਿੰਦਾ ਪ੍ਰਗਟ ਭਏ ਗੁਰ ਤੇਗ ਬਹਾਦਰ। ਪ੍ਰਗਟ ਦੇ ਸ਼ਬਦ ਕੀ ਹੈ? ਪ੍ਰਗਟ ਦਾ ਜੇ ਅਸੀਂ ਵਿਪਰੀਤ ਸ਼ਬਦ ਵੇਖੀਏ ਨਾ, ਵਿਪਰੀਤ ਤੇ ਗੁਪਤ ਬਣੇਗਾ, ਗੁਪਤ। ਪ੍ਰਗਟ ਦਾ ਸ਼ਬਦ ਹੈ, ਤਾਂ ਹੀ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਇਹ ਗੁਰੂ ਕੀ ਦੇਹ ਜਿਹੜੀ ਹੈ, ਸਰੀਰ ਹੈ, ਪ੍ਰਗਟ ਹੈ। ਤੇ ਪ੍ਰਗਟ ਦਾ ਜਿਹੜਾ ਵਿਪਰੀਤ ਸ਼ਬਦ ਹੈ ਗੁਪਤ ਹੈ। ਜੇ ਕੋਈ ਗੁਪਤ ਚੀਜ਼ ਹੈਗੀ ਹੈ ਤਾਂ ਹੀ ਤੇ ਪ੍ਰਗਟ ਹੋਈ ਹੈ ਨਾ। ਕਹਿੰਦੇ ਨੇ ਫਲਾਣੇ ਦੀ ਗੱਲ ਪ੍ਰਗਟ ਹੋ ਗਈ, ਹੈ ਸੀ ਤਾਂ ਪ੍ਰਗਟ ਹੋਈ। ਹੁਣ ਪ੍ਰਗਟ ਦਾ ਸ਼ਬਦ ਹੈ ਵਿਪਰੀਤ ਗੁਪਤ। ਜਨਮ ਦਾ ਸ਼ਬਦ ਹੈ ਵਿਪਰੀਤ ਮੌਤ, ਮਰਨਾ। ਜੰਮਣਾ ਤੇ ਮਰਨਾ, ਵਿਪਰੀਤ ਸ਼ਬਦ ਮੌਤ ਹੋ ਗਿਆ। ਸਾਜਣਾ ਦਾ ਸ਼ਬਦ ਹੈ ਢਾਉਣਾ। ਜੇ ਸਾਜਣਾ ਸਾਜਿਆ ਗਿਆ, ਬਣਾਇਆ ਗਿਆ, ਤੇ ਫਿਰ ਉਹਨੂੰ ਢਾਇਆ ਵੀ ਗਿਆ। ਇੱਥੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਖਾਲਸਾ ਹੈ ਨਾ, ਉਹ ਪ੍ਰਗਟ ਹੋਇਆ ਏ। ਉਹ ਹੈ, ਪ੍ਰਗਟ ਹੋਇਆ ਹੈ। ਕਿਆ ਨਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਪ੍ਰਗਟ ਹੋਇਆ ਹੈ। ਇਹਦਾ ਮਤਲਬ, ਪਰ ਜਿਹੜੀ ਚੀਜ਼ ਪ੍ਰਗਟ ਹੁੰਦੀ ਹੈ ਉਹ ਹੈ, ਉਹਦਾ ਵਿਪਰੀਤ ਸ਼ਬਦ ਗੁਪਤ। ਤੇ ਉਹ ਤੇ ਜੋਤ ਵੀ ਪ੍ਰਗਟ ਹੁੰਦੀ ਹੈ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜਿਹੜੀ ਜੋਤ ਹੈ ਉਹ ਵੀ ਪ੍ਰਗਟ ਹੁੰਦੀ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜੋਤ ਇਸ ਕਰਕੇ ਪ੍ਰਗਟ ਹੁੰਦੀ ਹੈ, ਵੇਖੋ ਤੇਲ ਦੀਵਾ ਭਰਿਆ ਹੋਵੇ, ਤੇਲ ਦੇ ਨਾਲ ਵੱਟੀ ਉਹਦੇ ਵਿੱਚ ਪਾਈ ਹੋਵੇ, ਤੇ ਜਦੋਂ ਮਾੜੀ ਜੀ ਚੰਗਾਰੀ ਸੁਹਾਵਨੇ ਆ ਤੇ ਉਹਦੇ ਵਿੱਚ ਜੋਤ ਪ੍ਰਗਟ ਹੋ ਜਾਂਦੀ, ਲਾਈਟ ਆ ਜਾਂਦੀ ਹੈ, ਪ੍ਰਗਟ ਹੋ ਜਾਂਦੀ ਹੈ ਨਾ ਜੀ। ਹੈ ਨਾ ਉਹਦੇ ਵਿੱਚ, ਤੇਲ ਵਿੱਚ ਵੱਟੀ ਹੈ, ਉਸ ਦੀਵੇ ਦੇ ਵਿੱਚ ਰੋਸ਼ਨੀ ਹੈ, ਤੇਲ ਵਿੱਚ ਰੋਸ਼ਨੀ ਹੈ, ਪਰ ਚੰਗਾਰੀ ਛੰਗਵਾਈ ਤੇ ਜੋਤ ਜਗ ਪਈ, ਪ੍ਰਗਟ ਹੋ ਗਈ। ਹੁਣ ਜਿਹੜਾ ਕੋਈ ਸਾਡੇ ਵਰਗਾ ਅਣਜਾਣ ਬੇਸਮਝ ਕਵੇ ਵੀ ਜੋਤ ਆਈ ਕਿੱਥੋਂ ਹੈ, ਫੂਕ ਮਾਰੋ ਜੋਤ ਚਲੇ ਗਈ, ਉਹ ਲਾਈਟ ਚਲੇ ਗਈ, ਤੇ ਬੰਦਾ ਪੁੱਛੇ ਵੀ ਦੱਸੋ ਜੋਤ ਗਈ ਕਿੱਥੇ, ਕਿੱਥੇ ਗਈ? ਕੋਈ ਪਤਾ ਨਹੀਂ ਹੈ। ਜਿਹੜੀ ਚੀਜ਼ ਪ੍ਰਗਟ ਹੁੰਦੀ ਹੈ ਉਹ ਗੁਪਤ ਹੁੰਦੀ ਹੈ, ਤੇ ਜਿਹੜੀ ਪ੍ਰਗਟ ਹੋ ਜਾਵੇ ਉਹ ਕਦੀ ਮਿਟਦੀ ਨਹੀਂ ਹੈ, ਟੁੱਟਦੀ ਨਹੀਂ ਹੈ। ਤਾਂ ਹੀ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਵੀ ਅਸੀਂ ਜਨਮਿਆ ਸ਼ਬਦ ਨਹੀਂ ਕਿਹਾ, ਕਿਆ ਸਤਿਗੁਰੂ ਨਾਨਕ ਪ੍ਰਗਟਿਆ, ਪ੍ਰਗਟ ਹੋਇਆ, ਪ੍ਰਗਟ ਹੋਇਆ ਹੈ। ਗੱਲ ਚੱਲ ਰਹੀ ਹੈ, ਮੈਂ ਇਹ ਗੱਲ ਨਹੀਂ, ਮੈਂ ਕਿਸੇ ਧਰਮ ਦਾ ਅਸੀਂ ਵਿਰੋਧੀ ਨਹੀਂ ਆ, ਇਸਲਾਮ ਦੇ ਵਿਰੋਧੀ ਨਹੀਂ ਆ, ਸਨਾਤਨ ਧਰਮ ਦੇ ਵਿਰੋਧੀ ਨਹੀਂ ਆ। ਵਿਰੋਧੀ ਹਾਂ ਜਿਹੜੇ ਜ਼ੁਲਮ ਕਰਦੇ ਨੇ, ਉਹਨਾਂ ਦੇ ਵਿਰੋਧੀ ਆ। ਕਿਉਂਕਿ ਜੇ ਦੌਲਤਾਂ ਦਾਈ ਗੁਰੂ ਸਾਹਿਬ ਜੀ ਦੇ ਦੀਦਾਰ ਕਰਦੀ ਹੈ, ਸਤਿਗੁਰੂ ਜੀ ਦਾ ਆਗਮਨ ਹੁੰਦਾ, ਪ੍ਰਗਟ ਹੁੰਦੇ ਨੇ, ਤੇ ਦੌਲਤਾਂ ਦਾਈ ਨੂੰ ਜਦੋਂ ਮਹਿਤਾ ਕਲਿਆਣ ਦਾਸ ਕਾਲੂ ਜੀ ਥਾਲ ਭਰ ਕੇ ਹੀਰੇ ਜਵਾਹਰਾਤਾਂ ਦਾ ਬਹੁਤ ਸਾਰਾ ਧਨ ਦਿੰਦੇ ਨੇ, ਤੇ ਉਹ ਹੱਥ ਖੜੇ ਕਰ ਦਿੰਦੀ ਹੈ। ਕਹਿੰਦੀ ਹੁਣ ਸੰਸਾਰ ਦੀ ਲੋੜਾਂ, ਪਦਾਰਥਾਂ ਦੀ ਲੋੜ ਹੀ ਨਹੀਂ ਰਹੀ, ਸੰਸਾਰ ਦੀਆਂ ਲੋੜਾਂ ਸਾਰੀਆਂ ਖਤਮ ਹੋ ਗਈਆਂ ਨੇ, ਕਿਉਂਕਿ ਮੈਨੂੰ ਨਿਰੰਕਾਰ ਦੇ ਦੀਦਾਰ ਹੋ ਗਏ ਨੇ, ਪ੍ਰਗਟ ਹੋਏ ਨੇ, ਨਿਰੰਕਾਰ ਦੇ ਦੀਦਾਰ ਹੋ ਗਏ ਨੇ, ਹੁਣ ਪ੍ਰਗਟ ਹੋ ਗਏ ਨੇ। ਗੱਲ ਕੀ ਹੈ? ਪ੍ਰਗਟ ਦਾ ਵਿਪਰੀਤ ਸ਼ਬਦ ਮੈਂ ਫਿਰ ਦੱਸ ਦਿਆਂ, ਗੁਪਤ। ਜਨਮ ਦਾ ਸ਼ਬਦ ਹੈ ਮਰਨਾ, ਵਿਪਰੀਤ ਸ਼ਬਦ ਜਿਹੜਾ ਜਨਮ ਲਏਗਾ ਮਰੇਗਾ। ਸਾਜਣਾ ਦਾ ਸ਼ਬਦ ਹੈ ਵਿਪਰੀਤ, ਜਿਹੜਾ ਬਣਿਆ ਉਹ ਜ਼ਰੂਰ ਟਾਏਗਾ। ਪਰ ਜਿਹੜਾ ਪ੍ਰਗਟ ਹੋਇਆ ਉਹਨੂੰ ਕਦੀ ਕੋਈ ਮੁਕਾ ਨਹੀਂ ਸਕਦਾ, ਉਸ ਨੂੰ ਕੋਈ ਮਿਟਾ ਨਹੀਂ ਸਕਦਾ। ਪ੍ਰਗਟ ਜਿਹੜੀ ਚੀਜ਼ ਹੁੰਦੀ ਹੈ ਉਹਨੂੰ ਮਿਟਾਇਆ ਨਹੀਂ ਜਾ ਸਕਦਾ, ਉਹਨੂੰ ਮੁਕਾਇਆ ਨਹੀਂ ਜਾ ਸਕਦਾ। ਹਾਂ, ਗੁਪਤ ਕੀਤਾ ਜਾ ਸਕਦਾ, ਉਹਨੂੰ ਦਬਾਇਆ ਜ਼ਰੂਰ ਜਾ ਸਕਦਾ ਹੈ, ਪਰ ਉਹਨੂੰ ਦਬਾ ਦਿਓ, ਮਿੱਟੀ ਪਾ ਦਿਓ, ਕਿਸੇ ਬੀਜ ਉੱਤੇ ਮਿੱਟੀ ਪਾਓਗੇ ਉਹ ਜ਼ਰੂਰ ਫਿਰ ਪ੍ਰਗਟ ਹੋ ਜਾਏਗਾ, ਫਿਰ ਉੱਗ ਪਏਗਾ। ਕਹਿਣ ਤੋਂ ਭਾਵ ਹੈ ਸਿੱਖ ਇਜ਼ਮ ਨੂੰ ਮਾਰਿਆ ਜਾਵੇ, ਇਹਨੂੰ ਦਬਾਇਆ ਜਾਵੇ, ਇਹਨੂੰ ਕੱਟਿਆ ਜਾਏ, ਵੱਢਿਆ ਜਾਏ, ਇਹ ਪ੍ਰਗਟ ਹੋਇਆ, ਇਹ ਮੁੱਕਣ ਵਾਲਾ ਨਹੀਂ, ਇਹ ਖਤਮ ਹੋਣ ਵਾਲਾ ਨਹੀਂ। ਖਤਮ ਕਰਨ ਵਾਲੇ ਔਰੰਗਜ਼ੇਬ ਵਰਗੇ, ਬੜੇ ਬੜੇ ਨਾਦਰ ਸ਼ਾਹ ਅਬਦਾਲੀ ਵਰਗੇ ਆਏ ਨੇ, ਜਿਨ੍ਹਾਂ ਨੇ ਸਰੋਵਰ ਨੂੰ ਪੂਰਨਾ ਚਾਹਿਆ, ਜਿਨ੍ਹਾਂ ਦੇ ਪਰਥਾਏ ਜ਼ਕਰੀਆ ਖਾਨ ਨੇ ਇਹ ਗੱਲ ਕਹੀ ਸੀ। ਜਦੋਂ ਨਾਦਰ ਸ਼ਾਹ ਅਬਦਾਲੀ ਹਿੰਦੁਸਤਾਨ ਨੂੰ ਲੁੱਟ ਕੇ ਜਾਂਦਾ ਹੈ ਤੇ ਕਹਿੰਦਾ ਆ ਜਿਨ੍ਹਾਂ ਦੇ
ਮੂੰਹ ਦੇ ਉੱਤੇ ਬੜੇ ਬੜੇ ਲੰਮੇ ਕੇਸ ਨੇ, ਆਪਾਂ ਕੇਸ ਕਹਿੰਦੇ ਉਹਨੇ ਵਾਲ ਕਹੇ ਹੋਣੇ ਨੇ ਜਾਂ ਹੋਰ ਕੋਈ ਸ਼ਬਦ ਵਰਤਿਆ ਹੋਵੇ, ਤੇ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਲੰਮੇ ਲੰਮੇ ਇਹ ਕੇਸ ਨੇ, ਇਹ ਕੌਣ ਨੇ? ਕਿਹਾ ਇਹ ਸਿੱਖ ਹੁੰਦੇ ਨੇ। ਕਹਿੰਦਾ ਇਹਨਾਂ ਦੇ ਵਿੱਚੋਂ ਮੈਨੂੰ ਇਹ ਝਲਕ ਪੈਂਦੀ ਹੈ ਕਿ ਇਹ ਕਿਸੇ ਦਿਨ ਬਾਦਸ਼ਾਹ ਬਣਨਗੇ। ਕਿਉਂ? ਕਾਰਨ ਕੀ ਹੈ? ਉਹਨੇ ਕਿਹਾ ਕਾਰਨ ਇਹ ਹੈ, ਮੁਰਸ਼ਦ ਇਨਕਾ ਬਲੀ भयो ਹੈ। ਇਹਨਾਂ ਦਾ ਜਿਹੜਾ ਮੁਰਸ਼ਦ ਹੈ ਨਾ, ਇਹਨਾਂ ਦਾ ਗੁਰੂ ਹੈ ਨਾ, ਬੜਾ ਵੱਡਾ ਬਲੀ ਹੈ। ਆਬੇ ਇਨਕੋ ਆਬੇ ਹਯਾਤ ਦਿਓ ਹੈ। ਇਹਨਾਂ ਨੂੰ ਉਸ ਨੇ ਇੱਕ ਇਹੋ ਜਿਹਾ ਆਬੇ ਹਯਾਤ, ਇਹੋ ਜਿਹਾ ਸੋਮਾ ਦੇ ਦਿੱਤਾ ਹੈ। ਜਦੋਂ ਇਹ ਫੱਟੜ ਹੁੰਦੇ ਨੇ ਤੇ ਉਹਦੇ ਵਿੱਚ ਨਹਾਉਂਦੇ ਨੇ, ਜਿਹਨੂੰ ਅਸੀਂ ਇਸ਼ਨਾਨ ਕਹਿੰਦੇ ਆ। ਜਦੋਂ ਫੱਟੜ ਹੋ ਜਾਣ ਤੇ ਜਿਸੋਂ ਉਸ ਵਿੱਚ ਜਾ ਕੇ ਟੁੱਬੀ ਮਾਰਦੇ ਨੇ, ਸਰੀਰ ਕਰਕੇ ਨਰੋਏ ਹੋ ਜਾਂਦੇ ਨੇ। ਤੇ ਜਿਹੜਾ ਇੱਕ ਸੋਮਾ ਖੰਡੇ ਦੀ ਪੌਲ ਬਣਾ ਕੇ ਇਹਨਾਂ ਦੇ ਅੰਦਰ ਪਾ ਦਿੱਤੀ ਹੈ, ਇਸ ਤਨ ਕਰਕੇ ਜਦੋਂ ਫੱਟੜ ਹੋ ਜਾਂਦੇ ਤੇ ਨਰੋਗ ਹੋ ਜਾਂਦੇ ਨੇ, ਤੇ ਮਨ ਕਰਕੇ ਸਦਾ ਹੀ ਨਰੋਗ ਰਹਿੰਦੇ ਨੇ। ਮਨ ਕਰਕੇ ਕਦੀ ਗਿਰਦੇ ਹੀ ਨਹੀਂ, ਮਨ ਕਰਕੇ ਕਦੀ ਕਮਜ਼ੋਰ ਪੈਂਦੇ ਹੀ ਨਹੀਂ, ਕਿਉਂਕਿ ਇਹਨਾਂ ਦੇ ਅੰਦਰ ਗੁਰੂ ਨੇ ਅੰਮ੍ਰਿਤ ਪਾ ਦਿੱਤਾ ਹੈ। ਅੰਮ੍ਰਿਤ ਦੀ ਵਰਖਾ ਹੋਈ ਹੈ, ਇਹਨਾਂ ਨੂੰ ਅੰਮ੍ਰਿਤ ਦਾ ਪਿਆਲਾ ਪਿਆਇਆ ਹੈ। ਇਹ ਅਮਰ ਹੋ ਗਏ ਨੇ, ਇਹ ਹੁਣ ਮਰਨ ਵਾਲੇ ਨਹੀਂ ਹੈ। ਜਿਹੜੇ ਮਰਦੇ ਨਹੀਂ ਹਨ, ਜਿਹੜੇ ਮਰੇ ਨਹੀਂ ਅੱਜ ਤੱਕ, ਅਸੀਂ ਰੋਜ਼ ਹੀ ਉਹਨਾਂ ਨੂੰ ਯਾਦ ਕਰਦੇ ਹਾਂ। ਅੱਜ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਹੀ ਸਾਰੇ ਦਾ ਸਾਰਾ ਸਿਲਸਿਲਾ ਚੱਲ ਰਿਹਾ ਹੈ। ਮੈਂ ਸਾਧ ਸੰਗਤ ਇਹ ਗੱਲ ਇੱਥੋਂ ਆਰੰਭ ਕੀਤੀ ਸੀ, ਬਲੀਦਾਨ ਬਲੀ ਬਣ ਕੇ ਜਿਸ ਨੂੰ ਦਿੱਤੀ ਜਾਂਦੀ ਹੈ ਬੇਜ਼ਬਾਨੀ ਨੂੰ, ਉਹਨੂੰ ਬਲੀ ਕਹਿੰਦੇ ਨੇ, ਵੀ ਇਹਦੀ ਬਲੀ ਦੇਤੀ। ਲੋਕੀ ਸਨਾਤਨ ਧਰਮ ਵਿੱਚ ਦੇਵੀ ਨੂੰ ਵੀ ਬਲੀਆਂ ਦਿੰਦੇ ਨੇ। ਈਦ ਬਕਰੀਦ, ਈਦ ਵਾਲੇ ਦਿਨ ਜਾਨਵਰਾਂ ਨੂੰ ਇਸਲਾਮ ਵਿੱਚ ਵੀ ਕੱਟਿਆ ਜਾਂਦਾ, ਉਹ ਵੀ ਬਲੀ ਦਿੱਤੀ ਜਾਂਦੀ ਹੈ। ਬੜੇ ਖੁਸ਼ ਹੁੰਦੇ ਨੇ। ਮੇਰੇ ਸਾਹਿਬ ਜੀ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ, ਇਹ ਬਲੀਦਾਨ ਅਸੀਂ ਕਈ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਕਹਿੰਦੇ ਆ, ਹਿੰਦੂ ਧਰਮ ਦੇ ਲਈ ਬਲੀਦਾਨ ਦਿੱਤਾ। ਨਹੀਂ ਜੀ, ਕੁਰਬਾਨੀ ਦਿੱਤੀ ਨਹੀਂ ਜੀ। ਬਾਦਸ਼ਾਹ ਕਹਿੰਦੇ ਨੇ ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੈ ਦੁਆਰੇ ਆਇਆ। ਕੁਰਬਾਨ ਤੋਂ ਭਾਵ ਹੈ ਸਦਕੇ ਜਾਣਾ, ਆਪਣਾ ਆਪ ਨਿਸ਼ਾਵਰ ਕਰਨਾ, ਸਦਕੇ ਜਾਣਾ। ਪਰ ਸ਼ਹੀਦ ਉਹਨੂੰ ਕਹਿੰਦੇ ਨੇ ਕਤਲ ਕਾਤਲ ਮਖਤਲ ਮਖਤੂਲ, ਜਿਹੜਾ ਕਤਲ ਦੀ ਕਿਰਿਆ ਕਰਨ ਵਾਲਾ ਕਾਤਿਲ ਹੋਵੇ, ਥਾਂ ਹੋਵੇ, ਤੇ ਜਿਹੜਾ ਚੱਲ ਕੇ ਕਤਲ ਹੋਣ ਵਾਲਾ ਆਪ ਉਸ ਕਤਲ ਗਾਹ ਦੇ ਵਿੱਚ ਪਹੁੰਚੇ ਤੇ ਕਿਸੇ ਮਜਲੂਮ ਦੀ ਰੱਖਿਆ ਦੇ ਲਈ ਆਪਣਾ ਸਿਰ ਭੇਟਾ ਕਰ ਦੇਵੇ, ਉਹਨੂੰ ਕਹਿੰਦੇ ਨੇ ਸ਼ਹੀਦ। ਉਹ ਹੈ ਸ਼ਹਾਦਤ, ਉਹਨੂੰ ਸ਼ਹੀਦ ਸ਼ਬਦ ਕਹਿੰਦੇ ਨੇ। ਇਸੇ ਹੀ ਪ੍ਰਕਰਨ ਨੂੰ ਮੈਂ ਅੱਗੇ ਲੈ ਕੇ ਤੁਰਾਂਗਾ। ਹੁਣ ਮੇਰਾ ਸਮਾਂ ਨਹੀਂ ਇਜਾਜ਼ਤ ਦੇ ਰਿਹਾ। ਮੈਂ ਤੁਕ ਆ ਲਈ ਸੀ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਭਾਈ ਪ੍ਰਤੀਤ ਹੋਵੇਗੀ ਗੁਰੂ ਪ੍ਰਤੀ ਤਾਂ ਹੀ ਪ੍ਰੀਤ ਪੈ ਸਕਦੀ ਹੈ, ਤੇ ਜਿਨ੍ਹਾਂ ਦੀ ਪ੍ਰੀਤ ਪੈ ਗਈ ਉਹਨਾਂ ਦੀ ਕਦੀ ਪ੍ਰੀਤ ਟੁੱਟਦੀ ਨਹੀਂ ਹੈ। ਉਹ ਬੰਦ ਵੀ ਕਟਾ ਲੈਂਦੇ ਨੇ, ਉਹ ਖੋਪੜੀ ਵੀ ਲਵਾ ਲੈਂਦੇ ਨੇ। ਤੇ ਆਓ ਕਿਧਰੇ ਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਜੀ ਸਾਡੀ ਵੀ ਗੁਰੂ ਚਰਨਾਂ ਨਾਲ ਪ੍ਰਤੀਤ ਬਣ ਜਾਵੇ। ਪਹਿਲਾਂ ਪ੍ਰਤੀਤ ਮੰਗੀਏ, ਫਿਰ ਪ੍ਰੀਤ ਆਪਣੇ ਆਪ ਪੈ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।